ਪੜਿਓ ਅਰ ਬੇਦ ਵਿਚਾਰਿਓ, ਪਾਠ ਪੜਿਓ ਅਰ ਬੇਦ ਵਿਚਾਰਿਓ, ਨਿਵਲ ਪੁਯੰਗਮ ਸਾਧੀ, ਪੰਚ ਜਨਾ ਸਿਉ ਸੰਗ ਨ ਛੁਟਕਿਓ, ਆਧਿਕ ਅਹੰ ਬੁੱਧ ਵਾਂਦੇ ਪਿਆਰੀ, ਇਨ ਬਿਦ ਮਿਲਣ ਨ ਜਾਈ, ਮੈਂ ਕੀ ਕਰਮ ਅਨੇਕਾ, ਪਿਆਰੀ ਇਨ ਬਿਦ ਮਿਲਣ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਭਰਿਉ ਸੁਆਮੀ ਕੈ ਦੁਆਰੈ, ਦੀਜੈ ਬੁੱਧ ਬਵਿਕਾਰ, ਮੋਨ ਪਇਉ ਕਰ ਪਾਤੀ ਰਹਿਉ, ਨਗਨ ਫਿਰਿਉ ਬਣ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੀ ਨਾਹੀ, ਮਨ ਕਾਮਨਾ ਤੀਰਥ ਜਾਏ ਵਸਿਉ, ਸਿਰ ਕਰਵਤ ਤਰਹਾਏ, ਮਨ ਕੀ ਮੈਲ ਨ ਉਤਰੈ ਈ ਬੇਦਾ, ਜੀ ਲਖ ਜਤਨ ਕਰਾਈ, ਕਾਨਕ ਕਾਮਨੀ ਹੈ ਵਰ ਗੈਵਰ, ਬਹੁ ਬਿਦ ਦਾਨ ਦਤਾਰਾ, ਅੰਨ ਵਸਤਰ ਭੂਮ ਬਹੁ ਅਰਪੈ, ਨ ਮਿਲੀਐ ਹਰ ਦਵਾਰ, ਪੂਜਾ ਅਰਚਾਉ ਬੰਧਨ ਡੰਡੌਤ, ਖਟ ਕਰ ਮਾਰਤ ਰਹਿਤਾ, ਹੋਂ ਹੋਂ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਐ ਈ ਜੁਗਤਾ, ਰਾਜ ਲੀਲਾ ਰਾਜਨ ਕੀ ਰਚਨਾ, ਰਾਜ ਲੀਲਾ ਰਾਜਨ ਕੀ ਲੀਲਾ, ਕਰਿਉ ਹੁਕਮ ਅਪਾਰਾ, ਸੇਜ ਸੋਹਣੀ ਚੰਦਨ ਚੂਆ, ਨਰਕ ਘੂਰ ਕਾ ਦੁਆਰਾ, ਹਰਿ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ, ਕਹੋ ਨਾਨਕ ਤਿਸ ਭਇਉ ਪ੍ਰਾਪਤ, ਜਿਸ ਪੁਰਬ ਲਿਖੀ ਕਾ ਲਹਿਣਾ, ਤੀਰੂ ਸੀਵਕਾ ਈ ਰੰਗ ਮਾਤਾ, ਭਇਉ ਕਿਰਪਾਲ ਦੀਨ ਦੁਖ ਭੰਜਨਾ, ਹਰ ਹਰ ਕੀਰਤਨਾ ਇਉ ਮਨ ਰਾਤ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ, ਕਹੋ ਨਾਨਕ ਤਿਸ ਭਇਉ ਪ੍ਰਾਪਤ, ਜਿਸ ਪੁਰਬ ਲਿਖੀ ਕਾ ਲਹਿਣਾ,
तेरो सेवक एह रंग माता भयु किरपाल दीन दुख भंजना हर हर कीर्तन ए मन राता। परम सन्मानयोग जुगू जुगी अटल साहब सतगुरु श्री गुरु ग्रंथ साहब महाराज निੱਘੀ ਗੋਦ ਦੇ ਅੰਦਰ ਉਦਾਸੀ ਡੇਰਾ ਸੰਤ ਬਾਬਾ ਟਹਿਲ ਦਹਾੜੀ ਸਲੀਮ ਟਾਬਰੀ ਲੁਧਿਆਣਾ ਵਿਖੇ ਸਤ ਸੰਗ ਦੀਆਂ ਘੜੀਆਂ ਸਫਲ ਕਰਦੇ ਹੋਏ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ। ਸਵਾਸਾਂ ਰੂਪੇ ਪੂੰਜੀ ਨੂੰ ਕੀਮਤੀ ਬਣਾ ਰਹੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਦੀ ਜੈ ਗੁਰਦੇਵ, ਧੰਨ ਗੁਰਦੇਵ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਧੰਨ ਭਾਗੀ ਹੋ। ਚਰਨ ਸਰਣ ਗੁਰ ਏਕ ਪੈਂਡਾ ਡਾਏ ਚੱਲ, ਸਤਿਗੁਰ ਕੂੜ ਪੈਂਡਾ ਆਗੇ ਹੋਏ ਲੇਤ ਹੈ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਸਤਿਗੁਰ ਦਾ ਪ੍ਰੇਮ ਹਿਰਦੀ ਵਿੱਚ ਵਸਾਉਂਦੇ ਹੋਏ ਤਿਤ ਜਾਈ ਬਹੁ ਸਤ ਸੰਗਤੀ ਜਿਤ ਹਰਿ ਕਾ ਹਰਿ ਨਾਮ ਬਿਲੋਈਏ। ਸਾਧ ਸੰਗਤ ਜੀ, ਧੰਨ ਧੰਨ ਸਤ ਸੰਗਤ ਜਿਤ ਹਰਿ ਰਸ ਪਾਇਆ, ਮਿਲੁ ਜਨ ਨਾਨਕ ਨਾਮ ਪ੍ਰਗਾਸ। ਗਿਆਨ ਦਾ ਪ੍ਰਕਾਸ਼, ਸ਼ਬਦ ਦਾ ਪ੍ਰਕਾਸ਼, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ। ਸਾਹਿਬ ਦੀ ਪਾਵਨ ਬਾਣੀ ਅੰਮ੍ਰਿਤ ਹੈ। ਸਾਹਿਬ ਦੀ ਬਾਣੀ ਗਿਆਨ ਦਾ ਪ੍ਰਕਾਸ਼ ਦਿੰਦੀ, ਜ਼ਿੰਦਗੀ ਜਾਂਚ ਬਖਸ਼ਦੀ, ਬੁੱਧ ਬਖਸ਼ਦੀ, ਸਮਝ ਬਖਸ਼ਦੀ। ਪਰ ਪਾਤਸ਼ਾਹ ਬਚਨ ਕਰਦੇ ਨੇ ਅੰਮ੍ਰਿਤ ਬਾਣੀ ਤਤ ਵਖਾਣੀ, ਤਤ ਵਿਖਾਉਂਦੀ, ਗਿਆਨ ਧਿਆਨ ਵਿੱਚ ਆਈ। ਉਦੋਂ ਜਦੋਂ ਧਿਆਨ ਦੇ ਨਾਲ ਸਤਿਗੁਰ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਕਮਾ ਲੈਂਦੇ ਹਾਂ, ਉਸੇ ਨੂੰ ਮੇਰੇ ਗੁਰਦੇਵ ਕਹਿੰਦੇ ਨੇ ਬਾਣੀ ਬਿਰਲੂ ਵਿਚਾਰ ਸੇ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੇ ਨਿਜ ਘਰ ਵਾਸਾ ਹੋਏ। ਸੋ ਸਾਧ ਸੰਗਤ ਜੀ, ਅੱਜ ਦਾ ਪਾਵਨ ਸ਼ਬਦ ਸੂਰਠ ਮਹੱਲਾ ਪੰਜਵਾਂ, ਘਰ ਦੂਜਾ, ਅਸ਼ਟਪਦੀਆਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ। ਪੰਜ ਜਨਾਸੂ ਸੰਗ ਨਾ ਛੁਟਕਿਓ, ਆਧਿਕ ਆਹਮ ਬੁੱਧ ਵਾਂਧੇ। ਪਿਆਰੀ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਹਾਰ ਭਰਿਓ ਸੁਆਮੀ ਕੈ ਦਵਾਰ, ਦੀਜੈ ਬੁੱਧ ਬਵੇਕਾ ਰਹਾਓ। ਇਸ ਪਾਵਨ ਸ਼ਬਦ ਦੇ ਅੰਦਰ ਸਹਿਬ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ, 95ਵੇਂ ਸਰੂਪ ਗੁਰੂ ਨਾਨਕ ਰਹਿਮਤਾਂ ਦੇ ਮੁਜੱਸਮ, ਜਨਮ ਤੋਂ ਬ੍ਰਹਮ ਗਿਆਨੀ, ਪ੍ਰਤੱਖ ਹਰ ਪਾਤਸ਼ਾਹ ਇਸ ਸ਼ਬਦ ਦੇ ਅੰਦਰ ਸਤ ਸੰਗਤ ਦੀ ਮਹਿਮਾ, ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਦੀ ਕੀਰਤੀ, ਜਸ ਦੀ ਮਹਿਮਾ, ਮਹਾਤਮ ਬਖਸ਼ਿਸ਼ ਕਰਦੇ ਹੋਏ ਸੰਸਾਰ ਦੇ ਜੀਵ ਜਿਹੜੇ ਨੇ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਦੀ ਬੰਦਗੀ ਦੇ ਅੰਦਰ ਅਨੇਕਾਂ ਤਰ੍ਹਾਂ ਦੇ ਨਾਲ ਅਕਾਲ ਪੁਰਖ ਪਰਮੇਸ਼ਰ ਪ੍ਰੀਤਮ ਦੇ ਦਰਸ਼ਨਾਂ ਦੀ ਅਭਿਲਾਸ਼ਾ ਰੱਖ ਕੇ ਬੜੀਆਂ ਸਾਧਨਾਵਾਂ ਕਰਦੇ ਨੇ, ਬੜੇ ਢੰਗ ਤਰੀਕੇ ਨੇ। ਆਪ ਆਪਣੀ ਬੁੱਧ ਹੈ ਡੀਤੀ, ਵਰਣਤ ਪਹਿਰਨ ਪਹਿਨ ਤੋਈ ਤੀਤੀ। ਆਪੋ ਆਪਣੀ ਮਤ ਅਨੁਸਾਰ ਸੰਸਾਰ ਤੇ ਸਤਿਗੁਰਾਂ ਨੇ ਤੱਕਿਆ ਏ। ਕੋਈ 84 ਆਸਣ ਲਗਾਉਂਦਾ ਏ, ਕੋਈ ਵਸਤਰਾਂ ਤੋਂ ਬਿਨਾਂ ਹੀ ਪਰਮੇਸ਼ਰ ਨੂੰ ਆਰਾਧਦਾ ਏ, ਕੋਈ ਹੱਥਾਂ ਨੂੰ ਪਾਤਰ ਬਣਾ ਕੇ ਪ੍ਰਸਾਦ ਛਕਦਾ ਏ, ਤੇ ਕੋਈ ਮੌਨ ਚੁੱਪ ਹੋ ਗਿਆ ਏ। ਤੇ ਸਤਿਗੁਰੂ ਬਚਨ ਕਰਦੇ ਨੇ
ਹਾਰ ਭਰਿਓ ਸੁਆਮੀ ਕੈ ਦੁਆਰੇ, ਥੱਕ ਕੇ ਹਾਰ ਕੇ ਸਾਰੇ ਪਾਸਿਆਂ ਤੋਂ ਜਦੋਂ ਆਸ ਪੂਰਨ ਨਹੀਂ ਹੋਈ, ਪਰਮੇਸ਼ਰ ਤੇਰੇ ਚਰਨਾਂ ਵਿੱਚ ਅਰਜ਼ੋਈ ਏ। ਹਾਰ ਭਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਪਰਮੇਸ਼ਰ ਵਿਵੇਕ ਬੁੱਧ, ਸਮਝ ਸੋਚ ਗਿਆਨ ਵਾਲੀ ਬੁੱਧ, ਉਹ ਉਪਦੇਸ਼ ਦੇਣਾ ਕਰ ਜਿਹਦੇ ਨਾਲ ਸਾਨੂੰ ਸਮਝ ਆ ਜਾਏ ਕੀ ਚੰਗਾ ਏ, ਕੀ ਭਲਾ ਏ, ਕੀ ਬੁਰਾ ਏ, ਕੀ ਭੈੜਾ ਏ। ਤੇ ਅਸੀਂ ਚੰਗੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਈ ਤੇ ਪਰਮੇਸ਼ਰ ਤੇਰੀ ਰਹਿਮਤ ਸਦਕਾ ਸਤ ਸੰਤੋਖ ਧਰਮ ਧੀਰਜ ਗੁਣਾ ਬੈਰਾਗ ਨੂੰ ਹਿਰਦੇ ਵਿੱਚ ਵਸਾ ਕਰਕੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਸੀਂ ਉਸ ਮੰਜ਼ਿਲ ਨੂੰ ਪਰਮੇਸ਼ਰ ਤੇਰੀ ਮਿਹਰ ਸਦਕਾ, ਤੇਰੇ ਚਰਨਾਂ ਦੀ ਰਹਿਮਤ ਸਦਕਾ ਸਰਵ ਕਰ ਸਕੀਏ। ਤੇ ਸਾਧ ਸੰਗਤ ਜੀ, ਪਾਤਸ਼ਾਹ ਸੰਸਾਰ 'ਤੇ ਜਦੋਂ ਤੱਕਿਆ ਏ, ਆਪਣੇ 'ਤੇ ਢੁਕਾ ਕੇ ਬਚਨ ਕਰਦੇ ਨੇ ਸੰਸਾਰ ਦੇ ਹਾਲਾਤਾਂ ਨੂੰ। ਪਾਤਸ਼ਾਹ ਬਚਨ ਕਰਦੇ ਨੇ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਦੇ। ਅਨੇਕਾਂ ਗ੍ਰੰਥਾਂ ਦਾ, ਵੇਦਾਂ ਦਾ ਪਾਠ ਕਰਦੇ ਹਾਂ, ਵੇਦਾਂ ਨੂੰ ਵਿਚਾਰਦੇ ਹਾਂ, ਸਮਝਦੇ ਹਾਂ, ਘੂਖਦੇ ਹਾਂ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਨੀਤੀ ਧੂਤੀ ਏਡਾ ਪਿੰਗਲਾ ਸੁਖਮਣਾ, 6 ਕਰਮ ਸਾਧਨਾਮਾ ਕਮਾਉਂਦੇ ਹਾਂ, 10ਵੇਂ ਦੁਆਰ ਵਿੱਚ ਸਵਾਸ ਵੀ ਚੜਾਉਂਦੇ ਹਾਂ। ਪਰ ਪਾਤਸ਼ਾਹ ਕਹਿੰਦੇ ਨੇ, ਨਿਵਲ ਭੁਯੰਗਮ ਸਾਧੇ, ਪੰਜ ਜਨਾ ਸਿਉ ਸੰਗ ਨਾ ਛੁੱਟ ਕਿਉ। ਮਾਇਆ ਦੇ 5 ਦੂਤ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇੰਨੇ ਤਾਕਤਵਰ ਨੇ, ਇਹਨਾਂ ਤੋਂ ਛੁਟਕਾਰਾ ਨਹੀਂ ਹੈ। ਇਹ ਖੱਜਲ ਕਰਦੇ ਨੇ, ਖੁਆਰ ਕਰਦੇ ਨੇ, ਪ੍ਰਭਾਵ ਪਾਉਂਦੇ ਨੇ, ਇਹਨਾਂ ਤੋਂ ਮੁਕਤੀ ਨਹੀਂ ਮਿਲ ਰਹੀ। ਤੇ ਸਤਿਗੁਰੂ ਰਵਿਦਾਸ ਪਾਤਸ਼ਾਹ ਦੀ ਬਚਨ ਨੇ, ਜਤ ਦੇਖੋ ਤਤ ਦੁੱਖ ਕੀ ਰਾਸ਼ੀ, ਅਜੋ ਨਾ ਪਤਿਆਏ ਨਿਗਮ ਪੈ ਸਾਖੀ। ਧਾਰਮਿਕ ਗ੍ਰੰਥ ਗਵਾਹੀਆਂ ਦਿੰਦੇ ਨੇ, ਇਹਨਾਂ ਮਾਇਆ ਦੀ 5 ਦੂਤ ਕਾਮ ਕ੍ਰੋਧ ਮੋਹ ਲੋਭ ਅਹੰਕਾਰ ਜੋ ਅਤ ਨੀਚ ਨੇ, ਇਸ ਮਨੁੱਖ ਨੂੰ ਜੋ ਧਰਤੀ 84 ਲੱਖ ਜਿਉਣ ਦਾ ਸ਼੍ਰੋਮਣੀ ਸਰਦਾਰ ਏ, ਇੰਨਾ ਖੁਆਰ ਕਰ ਦਿੱਤਾ ਏ ਕਿ ਜੀਵਨ ਤਬਾਹ ਕਰ ਦਿੰਦਾ ਏ। ਜਤ ਦੇਖੋ ਤਤ ਦੁੱਖ ਕੀ ਰਾਸ਼ੀ, ਜਿੱਧਰ ਵੀ ਦੇਖਦੇ ਹਾਂ ਇਹਨਾਂ ਬੇਕਾਰਾਂ ਨੇ ਬੰਦੇ ਨੂੰ ਇੰਨਾ ਖੱਜਲ ਖੁਆਰ ਦੁਖੀ ਕੀਤਾ ਏ, ਹਾਲਾਤ ਦੱਸੇ ਨਹੀਂ ਜਾ ਸਕਦੇ। ਤੇ ਇੱਥੇ ਧੰਨ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜਿਹੜੇ ਬਚਨ ਕਰਦੇ ਨੇ, ਭਲੂ ਕਬੀਰ ਦਾਸ ਦਾਸਨ ਕੋ ਉਤਮ ਸੈਨ ਜਨ ਨਾਏ, ਊਚ ਤੇ ਊਚ ਨਾਮ ਦਿਉ ਸਮਦਰਸੀ ਰਵਿਦਾਸ ਠਾਕੁਰ ਬਣ ਆਈ। ਸਾਹਿਬ ਸਤਿਗੁਰੂ ਕਬੀਰ ਜੀ ਮਹਾਰਾਜ ਜਿਨ੍ਹਾਂ ਦੇ ਕੋਲ ਜਦੋਂ ਮਾਇਆ ਦੀ 5 ਦੂਤ ਆਏ ਨੇ, ਤੇ ਸਾਧ ਸੰਗਤ ਪਾਤਸ਼ਾਹ ਬਚਨ ਕਰਦੇ ਨੇ, ਨਾਕੋਂ ਕਾਟੇ ਕਾਨੋਂ ਕਾਟੇ ਕਾਟ ਕੂਟ ਕੇ ਡਾਰੇ, ਕਹਿ ਕਬੀਰ ਸੰਤਨ ਕੀ ਵੈਰਨ ਤੀਨ ਲੋਕ ਕੀ ਪਿਆਰੇ। ਸਤਿਗੁਰੂ ਕਬੀਰ ਜੀ ਨੇ ਕਹਿੰਦੇ ਗੁੱਤ ਤੋਂ ਫੜ ਕੇ ਉਹਦੇ ਨੱਕ ਤੇ ਕੰਨ ਕੱਢ ਦਿੱਤੇ ਨੇ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜਿਨ੍ਹਾਂ ਵਾਸਤੇ ਧੰਨ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਕਹਿ ਦਿੱਤਾ, ਰਵਿਦਾਸ ਟੁਵੰਤਾ ਟੂਰ ਨੀ ਤਿਨ ਤਿਆਗੇ ਮਾਇਆ। ਉਹਨਾਂ ਨੇ ਐਸਾ ਤਿਆਗ ਕੀਤਾ ਏ ਮਾਇਆ ਦਾ, ਬੇਕਾਰਾਂ ਦਾ। ਤੇ ਉੱਥੇ ਤੇ ਪਾਤਸ਼ਾਹ ਐਸੀ ਅਵਸਥਾ ਵਿੱਚ ਪੁੱਜ ਜਾਂਦੇ ਨੇ, ਰਵਿਦਾਸ ਟੁਵੰਤਾ ਟੂਰ ਨੀ ਤਿਨ ਤਿਆਗੀ ਮਾਇਆ, ਪ੍ਰਗਟ ਹੁਆ ਸਾਧ ਸੰਗ ਹਰ ਦਰਸ਼ਨ ਪਾਇਆ। ਸੰਗਤਾਂ ਦੇ ਵਿੱਚ ਐਸਾ ਸੰਗਤ ਦਾ ਫਲ ਹੋਇਆ ਏ ਕਿ ਪਰਮੇਸ਼ਰ ਸਾਹਮਣੇ ਪ੍ਰਗਟ ਹੋਇਆ ਹੈ ਤੇ ਦੀਦਾਰ ਕੀਤੇ ਨੇ। ਇਸ ਲਈ ਸਾਧ ਸੰਗਤ ਦੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਰਦੇ ਨੇ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਟ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਵਾਂਧੇ। 5 ਵਿਕਾਰਾਂ ਤੋਂ ਛੁਟਕਾਰਾ ਨਹੀਂ ਹੋਇਆ, ਸਗੋਂ ਹੋਰ ਹਉਮੈ ਅੰਦਰ ਆ ਗਈ ਏ ਕਿ ਅਸੀਂ ਤੇ ਬੜੀਆਂ ਤਪੱਸਿਆ ਕਰਨੇ ਆ, ਅਸੀਂ ਤੇ 40-40 ਦਿਨ ਦੇ ਬੜੇ ਜਾਪ ਕੀਤੇ ਨੇ, ਅਸੀਂ ਤੇ 40-40 ਵਾਰ ਯਾਤਰਾ ਕਰੇ ਆਏ ਹਾਂ। ਪਰ 40 ਗੁਣਾਂ ਦੇ ਵਿੱਚੋਂ ਇੱਕ ਨਿਮਰਤਾ ਗੁਣ, ਇੱਕ ਮਿੱਠ ਬੋਲੜਾ
ਦੂਸਰੇ ਨੂੰ ਭੁੱਲ ਖਿਮਾ ਕਰ ਦੇਣ ਦਾ ਗੁਣ ਹਿਰਦੇ ਵਿੱਚ ਵਸਾਇਆ ਨਹੀਂ, ਪਰ ਯਾਤਰਾ ਤਾਂ 40 ਕਰ ਲਈਆਂ ਨੇ। ਹਉਮੈ ਅੰਦਰ ਰਹੀਏ ਕਿ ਅਸੀਂ 40 ਵਾਰੀ ਜਾਏ। ਅਸੀਂ ਤੇ 40 ਦਿਨਾਂ ਦੇ ਵਿੱਚ 10 ਦਿਨ ਸੇਵਾ ਨਿਭਾਉਂਦੇ ਹਾਂ, ਪਰ ਹਿਰਦੇ ਦੇ ਅੰਦਰ ਜਿਹੜਾ ਬੈਠਾ ਹੀ ਬੇਕਾਰ ਹਉਮੈ, ਉਹ ਤੇ ਸ਼ਾਂਤ ਹੋਇਆ ਹੀ ਨਹੀਂ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਪੰਜ ਜਨਾ ਸਿਉ ਸੰਗ ਨਾ ਛੁੱਟ ਕਿਉ ਆਧਿਕ ਅਹੰ ਬੁੱਧ ਵਾਂਦੇ। ਪਹਿਲੇ ਵਿਕਾਰ ਦੂਰ ਨਹੀਂ ਹੋਏ ਤੇ ਹੋਰ ਹਉਮੈ ਹੋ ਗਈ। ਅਸੀਂ ਤੇ ਬੜੀ ਸੇਵਾ ਕਮਾਉਂਦੇ ਹਾਂ, ਪਰ ਪਾਤਸ਼ਾਹ ਕਹਿੰਦੇ ਨੇ, ਕਰਨੀ ਬਾਝੋਂ ਘਟੈ ਘਟ। ਜੇ ਕਰਨੀ ਦੇਖੀਏ ਤਾਂ ਕਹਿੰਦੇ ਘੱਟ ਆਏ, ਤੇ ਗੱਲਾਂ ਨਾਲ ਤੇ ਗੱਲੀ ਅਸੀਂ ਚੰਗੀਆਂ। ਆ ਚਾਰੀ ਬੁਰੀਆਂ ਮਨੋ ਕਸੁੱਧਾਂ ਕਾਲੀਆਂ, ਬਾਹਰੋਂ ਚਿਟਵੀਆਂ। ਰੀਸਾਂ ਕੜੀ ਤਨਾੜੀਆਂ, ਰੀਸਾਂ ਉਹਨਾਂ ਦੀਆਂ ਕਰਦੇ ਆ ਜਿਨ੍ਹਾਂ ਨੇ ਇਸ ਸੰਸਾਰ ਦੇ ਉੱਤੇ ਆ ਕਰਕੇ ਨਿਰੰਕਾਰ ਨੂੰ ਪ੍ਰਗਟ ਕਰ ਦਿੱਤਾ ਹੈ। ਇਸ ਲਈ ਪਾਤਸ਼ਾਹ ਬਚਨ ਕਰਦੇ ਨੇ, ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੁਯੰਗਮ ਸਾਧੇ। ਪੰਜ ਜਨਾ ਸਿਉ ਸੰਗ ਨਾ ਛੁੱਟ ਕਿਉ ਆਧਿਕ ਅਹੰ ਬੁੱਧ ਵਾਂਦੇ। ਹੋਰ ਅਹੰਕਾਰ ਦੀ ਪੰਡ ਹਿਰਦੇ ਵਿੱਚ ਗੰਢ ਬੰਨ੍ਹ ਲਈ, ਹਉਮੈ ਆ ਗਈ। ਅਧਿਕ ਅਹੰ ਬੁੱਧ ਵਾਂਦੇ, ਹੋਰ ਹਉਮੈ ਦੇ ਜਾਲ ਵਿੱਚ ਫਸ ਗਿਆ ਏ ਕਿ ਮੇਰੇ ਵਰਗਾ ਦੂਜਾ ਹੋ ਹੀ ਨਹੀਂ ਸਕਦਾ। ਤੇ ਪਾਤਸ਼ਾਹ ਕਹਿੰਦੇ ਨੇ, ਪਿਆਰੇ ਪ੍ਰੀਤਮਾ ਇਨ ਬਿਦ ਮਿਲਨ ਨਾ ਡਾਈ। ਇਸ ਤਰੀਕੇ ਨਾਲ, ਇਸ ਵਿਧੀ ਨਾਲ ਉਹ ਰੱਬ ਨਹੀਂ ਮਿਲਦਾ। ਗੱਡ ਕੇ ਆਖੂ ਸਤਨਾਮ ਸ੍ਰੀ ਵਾਹਿਗੁਰੂ। ਪਿਆਰੇ ਇਨ ਬਿਦ ਮਿਲਨ ਨਾ ਡਾਈ, ਮੈਂ ਕੀਏ ਕਰਮ ਅਨੇਕਾ। ਇੱਦਾਂ ਤੇ ਬੜੇ ਕਰਮ ਕੀਤੇ ਨੇ, ਪਰ ਮਿਲਦਾ ਨਹੀਂ। ਪੰਜ ਜਨਾ ਸੂ ਸੰਗ ਨਾ ਛੁਟਕੂ ਅਧਿਕ ਅਹੰ ਬੁੱਧ ਵਾਧੇ। ਪਿਆਰੇ ਇਨ ਬਿਦ ਮਿਲਨ ਨਾ ਡਾਈ, ਮੈਂ ਕੀਏ ਕਰਮ ਅਨੇਕਾ। ਅਨੇਕਾਂ ਕਰਮ ਕੀਤੇ ਨੇ, ਪਰ ਪਰਮੇਸ਼ਰ ਮਿਲਾਪ ਨਹੀਂ ਹੋਇਆ। ਤੇ ਹੁਣ ਹਾਰ ਪਰਿਉ ਸੁਆਮੀ ਕੈ ਦੁਆਰੇ। ਐ ਮਾਲਕ, ਮੈਂ ਥੱਕ ਕੇ ਹਾਰ ਕੇ ਤੁਹਾਡੇ ਚਰਨਾਂ ਵਿੱਚ ਡਿੱਗ ਪਿਆ ਹਾਂ। ਗੱਡ ਕੀ ਆਖੂ ਸਤਨਾਮ ਸ੍ਰੀ। ਤੁਹਾਡੇ ਚਰਨਾਂ ਤੇ ਡਿੱਗਿਆ ਹਾਂ। ਤੇ ਪਾਤਸ਼ਾਹ ਤੇ ਵਚਨ ਕਰਦੇ ਨੇ, ਤੂੰ ਡਿੱਗੇ ਤੇ ਮੈਂ ਚੁੱਕਾਂ ਤਾਂ ਦੇਖ ਹੀ ਰਹੇ ਸੀ। ਸਾਧ ਸੰਗਤ ਜੀ, ਡਿੱਗਣਾ ਹੀ ਔਖਾ ਏ, ਢਹਿਣਾ ਹੀ ਔਖਾ ਏ। ਜਿਹੜਾ ਢਹਿ ਜਾਂਦਾ ਏ ਉਹਨੂੰ ਫਿਰ ਗੁਰੂ ਚੁੱਕ ਲੈਂਦਾ ਏ। ਉਸੇ ਨੂੰ ਪਾਤਸ਼ਾਹ ਕਹਿੰਦੇ ਨੇ, ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਜਿਹਨੂੰ ਸਤਿਗੁਰਾਂ ਨੇ ਬਾਂਹ ਤੋਂ ਫੜ ਕੇ ਚੁੱਕ ਲਿਆ ਏ, ਜਿਹੜਾ ਸਤਿਗੁਰ ਦੇ ਚਰਨਾਂ ਵਿੱਚ ਡਿੱਗ ਪਿਆ ਏ, ਉਹਨੂੰ ਸਤਿਗੁਰ ਚੁੱਕਦਾ ਏ। ਸੋਈ ਉਤਰਿਆ ਪਾਰ ਤੇ ਉਹ ਸਾਧ ਸੰਗਤ ਜੀ ਆਪ ਜੀਵਨ ਸਫਲ ਕਰ ਜਾਂਦਾ ਏ ਤੇ ਦੁਨੀਆ ਲਈ ਮਿਸਾਲ ਪੈਦਾ ਕਰ ਜਾਂਦਾ ਹੈ। ਡਾਕਟਰ ਭੀਮ ਰਾਓ ਅੰਬੇਡਕਰ ਜੀ, ਜਿਨ੍ਹਾਂ ਨੇ ਦੁਨੀਆ ਦੇ ਉੱਤੇ ਸਾਧ ਸੰਗਤ ਜੀ ਸਤਿਗੁਰ ਦੀ ਬਖਸ਼ੀ ਮਾਤਾ ਪਿਤਾ ਦਾ ਸੰਗਤ, ਨਿਮਰਤਾ, ਸ਼ਾਂਤੀ, ਖਿਮਾ ਦੇ ਗੁਣ, ਅਧਿਆਪਕ ਦੇ ਗੁਣ, ਤੇ ਸਾਧ ਸੰਗਤ ਜੀ ਪੜ੍ਹੀਐ ਗੁਣੀਆਂ ਨਾਮ ਸਭ ਸੁਣੀ। ਐਸੀ ਵਿਦਿਆ ਪੜ੍ਹੀਏ, ਐਸਾ ਗਿਆਨ ਹਾਸਲ ਕੀਤਾ ਏ, ਤੇ ਨਿਮਰਤਾ ਇੰਨੀ। ਅੱਜ ਸਾਧ ਸੰਗਤ ਜੀ ਦੁਨੀਆ ਤੇ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ, ਦੇਖਾ ਹੀ ਪ੍ਰਵਾਨ। ਜਿਨ੍ਹਾਂ ਦੀ ਯਾਦ ਅੰਦਰ ਅੱਜ ਸਿੰਬਲ ਆਫ ਨੌਲੇਜ, ਜਿਹਨੂੰ ਕਿਹਾ ਜਾਂਦਾ ਗਿਆਨ ਦਾ ਸਮੁੰਦਰ, ਗਿਆਨ ਦਾ ਸੋਮਾ, ਡਾਕਟਰ ਭੀਮ ਰਾਓ ਅੰਬੇਡਕਰ, ਜਿਨ੍ਹਾਂ ਨੇ ਮਾਤਾ ਪਿਤਾ ਦਾ ਆਸ਼ੀਰਵਾਦ, ਵਿਦਿਆ ਗੁਰੂ ਅਧਿਆਪਕ ਦਾ ਆਸ਼ੀਰਵਾਦ, ਤੇ ਅੱਗੇ ਸੰਸਾਰ ਦੇ ਅੰਦਰ ਆਪਣੀ ਤੇ ਮਨੁੱਖਤਾ ਦੀ ਭਲਾਈ ਲਈ ਹਰ ਇੱਕ ਪਲ ਜੋ ਵਿਦਿਆ ਪੜ੍ਹੀਏ। ਵਿਦਿਆ ਵਿਚਾਰੀ ਤਾਂ ਉਪਕਾਰੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਐਸਾ ਪਰਉਪਕਾਰ ਅੱਜ ਬੱਚੇ ਦੇ ਹਿਰਦੇ ਤੇ ਨਾਂ ਲਿਖਿਆ ਗਿਆ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਹਾਰ ਪਰਿਉ ਸੁਆਮੀ ਕੈ ਦੁਆਰੇ। ਐ ਮਾਲਕ, ਥੱਕ ਕੇ ਤੁਹਾਡੇ ਚਰਨਾਂ ਵਿੱਚ ਡਿੱਗੇ ਆ। ਦੀਜੈ ਬੁੱਧ ਬਵੇਕਾ, ਵਿਚਾਰ ਵਾਲੀ ਬੁੱਧੀ, ਸਮਝ ਵਾਲੀ ਬੁੱਧੀ, ਅਕਲ ਬਖਸ਼ ਦਿਓ, ਸਮਝ ਬਖਸ਼ ਦਿਓ, ਗਿਆਨ ਬਖਸ਼ ਦਿਓ। ਬ੍ਰਹਮ ਗਿਆਨ ਦੀ ਦਾਤ ਦੇ ਕੇ ਨਿਹਾਲ ਕਰੋ ਰਹਾਉ ਦੇ ਬਚਨ ਨੇ। ਤੇ ਇਸੇ ਲਈ ਪਾਤਸ਼ਾਹ ਕੇ ਬਚਨ ਕਰਦੇ ਨੇ, ਮੋਨ ਭਇਉ ਕਰ ਪਾਤੀ ਰਹਿਓ, ਨਗਨ ਫਿਰਿਓ ਬਣ ਮਾਹੀ। ਅਨੇਕਾਂ ਦੇਵ
ਚੁੱਪ ਧਾਰ ਲੈਂਦੇ ਨੇ ਕਿ ਰੱਬ ਦੀ ਪ੍ਰਾਪਤੀ ਕਰਨੀ ਹੈ। ਇੰਨਾ ਸਮਾਂ ਨਹੀਂ ਬੋਲਣਾ। ਮੋਨ ਪਇਓ ਕਰ ਪਾਤੀ ਰਹਿਓ, ਬਰਤਨ ਨਹੀਂ ਲੈਣੇ, ਹੱਥਾਂ 'ਤੇ ਪ੍ਰਸ਼ਾਦਾ ਰਹਿ ਕੇ ਛਕ ਲੈਣਾ। ਵਸਤਰ ਨਹੀਂ ਪਹਿਨਣੇ, ਨਗਨ ਫਿਰਿਓ ਬਣ ਮਾਹੀ, ਜੰਗਲਾਂ ਵਿੱਚ ਤੁਰੇ ਫਿਰਨਾ ਏ। ਤੇ ਪਾਤਸ਼ਾਹ ਕਹਿੰਦੇ ਨੇ ਮੋਹਨ ਪਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਣ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕਾ ਨਾਹੀ। ਸਮੁੰਦਰਾਂ ਦੇ ਕਿਨਾਰਿਆਂ ਤੇ ਜਾ ਕੇ ਤਟ ਤੀਰਥ ਸਭ ਧਰਤੀ ਭਰਮਿਓ, ਧਰਤੀ ਤੇ ਪਤਾ ਨਹੀਂ ਕਿੰਨਾ ਕੁ ਭਰਮਣ ਕੀਤਾ ਏ। ਦੁਬਦਾ ਛੁਟਕਾ ਨਾਹੀ, ਹਿਰਦੇ ਦੇ ਅੰਦਰੋਂ ਦਵੈਤ ਹੰਗਤਾ ਮਮਤਾ ਫਿਰ ਵੀ ਖਤਮ ਨਹੀਂ ਹੋਈ। ਤੇ ਸਾਸਨ ਇਤਿਹਾਸ ਸਾਖੀ ਤੇ ਸਾਸਨ ਜੀ ਇੱਕ ਕੁੰਭ ਹੋਇਆ ਸੀ ਹਰਿਦੁਆਰ ਦੀ ਧਰਤੀ ਤੇ ਸਾਧ ਸੰਗਤ ਜੀ। ਉਸ ਕੁੰਭ ਦੇ ਉੱਤੇ ਸ਼ਾਹੀ ਇਸ਼ਨਾਨ ਤੇ ਉਹ ਸੰਤ ਜਿਨ੍ਹਾਂ ਨੇ ਦੁਨੀਆ ਨੂੰ ਸ਼ਾਂਤ ਕਰਨਾ ਏ, ਨਿਰਮਲੇ ਕਹਿੰਦੇ ਪਹਿਲਾਂ ਅਸੀਂ ਇਸ਼ਨਾਨ ਕਰਨਾ, ਨਾਗੀ ਕਹਿੰਦੇ ਪਹਿਲਾਂ ਅਸੀਂ ਕਰਨਾ ਏ। ਗੋਲੀ ਚੱਲੀ ਤੇ 40 ਸਾਧੂਆਂ ਦੀ ਸਾਧ ਸੰਗਤ ਦੀ ਗੋਲੀ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਭਾਵ ਮੋਹਨ ਪਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਣ ਮਾਹੇ, ਤਟ ਤੀਰ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਦਵੈਤ ਤਾਂ ਖਤਮ ਹੀ ਨਹੀਂ ਹੋਈ, ਸ਼ਾਂਤੀ ਤਿਆਗ ਨਿਮਰਤਾ ਤੇ ਪ੍ਰਾਪਤ ਹੀ ਨਹੀਂ ਹੋਈ। ਇਸ ਲਈ ਪਾਤਸ਼ਾਹ ਬਚਨ ਕਰਦੇ ਨੇ ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਤ ਧਾਰਾਏ। ਮਨ ਦੀਆਂ ਕਾਮਨਾਵਾਂ ਨੂੰ ਮਿਟਾਉਣ ਵਾਸਤੇ ਮਨ ਕਾਮਨਾ ਤੀਰਥ ਜਾਏ ਵਸਿਓ, ਅਨੇਕਾਂ ਤੀਰਥਾਂ 'ਤੇ ਜਾ ਕੇ ਅਨੇਕਾਂ ਢੰਗਾਂ ਦੇ ਨਾਲ ਸ਼ਬਦਾਂ ਦੇ ਜਾਪ ਕੀਤੇ, ਹੋਮ ਜਗ ਕੀਤੇ, ਚੰਗੇ ਸਾਧਨ ਵਰਤੇ। ਮਨ ਕਾਮਨਾ ਤੀਰਥ ਜਾਏ ਵਸਿਓ। ਤੇ ਪਾਤਸ਼ਾਹ ਕਹਿੰਦੇ ਨੇ ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਤ ਧਾਰਾਏ। ਸਿਰ ਤੇ ਆਰਾ ਚਲਾਉਣ ਵਾਂਗ ਸਖਤ ਭਾਵ ਸਾਧਨਾਵਾਂ ਕੀਤੀਆਂ ਨੇ। ਤੜ ਤੀਰਥ ਸਭ ਧਰਤੀ ਭਰਮਿਓ, ਅਨੇਕਾਂ ਤੀਰਥਾਂ ਤੇ ਗਏ ਨੇ। ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਤ ਧਾਰਾਏ। ਮਨ ਕੀ ਮੈਲ ਨਾ ਉਤਰੈ, ਇਹ ਬਿਦ ਜੇ ਲੱਖ ਯਤਨ ਕਰਾਏ। ਮਨ ਦੀ ਹਉਮੈ ਦੀ ਮੈਲ, ਵਿਕਾਰਾਂ ਦੀ ਮੈਲ ਤੇ ਲਿੱਥੀ ਨਹੀਂ। ਲੱਖਾਂ ਹੀ ਯਤਨ ਕਰਨ ਦੇ ਬਾਵਜੂਦ ਵੀ। ਇਸ ਲਈ ਪਾਤਸ਼ਾਹ ਕਹਿੰਦੇ ਨੇ ਕਨਕ ਕਾਮਨੀ ਹੈ ਵਰ ਵੈਵਰ, ਕਨਕ ਕਾਮਨੀ ਹੈ ਵਰ ਗੈਵਰ, ਬਹੁ ਬਿਦ ਦਾਨ ਦਤਾਰਾ। ਦੁਨੀਆ ਤੇ ਤੱਕਿਆ ਏ। ਤੇ ਸਾਧ ਸੰਗਤ ਜੀ ਜਿਵੇਂ ਹੁਣ ਗ੍ਰਹਿਣ ਲੱਗਾ ਏ ਨਾ ਕੱਲ੍ਹ ਦੇ ਦਿਨ, ਧੰਨ ਸਤਿਗੁਰੂ ਗੁਰੂ ਰਵਿਦਾਸ ਪਾਤਸ਼ਾਹ ਦੇ ਬਚਨ ਨੇ ਕਿ ਗ੍ਰਹਿਣ ਦੇ ਅੰਦਰ ਸੰਸਾਰੀ ਜੀਵ ਆਪਣੀਆਂ ਇਸਤਰੀਆਂ ਨੂੰ ਭੇਟਾ ਕਰਦੇ ਸਨ ਸ਼ਿੰਗਾਰ ਕੇ। ਇਸ ਲਈ ਪਾਤਸ਼ਾਹ ਕਹਿੰਦੇ ਕਨਕ ਕਾਮਨੀ ਸੋਨਾ ਇਸਤਰੀ, ਕਨਕ ਕਾਮਨੀ ਹੈਵਰ ਘੋੜੇ, ਗੈਵਰ ਹਾਥੀ। ਕਨਕ ਕਾਮਨੀ ਹੈਵਰ ਗੈਵਰ, ਬਹੁ ਬਿਦ ਦਾਨ ਦਤਾਰਾ। ਤਰ੍ਹਾਂ ਤਰ੍ਹਾਂ ਦੀਆਂ ਦਾਨ ਭੇਟਾ ਕਰਦੇ ਸਨ। ਜਿਵੇਂ ਹੁਣ ਸਾਧ ਸੰਗਤ ਜੀ ਗ੍ਰਹਿਣ ਵਾਲੇ ਦਿਨ ਦੁਨੀਆ ਕਰਦੀ ਹੈ। ਕਨਕ ਕਾਮਨੀ ਹੈਵਰ ਗੈਵਰ, ਬਹੁ ਬਿਦ ਦਾਨ ਦਤਾਰਾ। ਅੰਨ ਵਸਤਰ ਭੂਮ ਅਰਪੈ, ਨਹਿ ਮਿਲੀਐ ਹਰ ਦੁਆਰਾ। ਅੰਨ ਵਸਤਰ ਧਰਤੀ, ਪਾਤਸ਼ਾਹ ਕਹਿੰਦੇ ਅੰਨ ਭੂ ਵਸਤਰ ਬਹੁ, ਅੰਨ ਭੂ ਵਸਤਰ ਬਹੁ ਅਰਪੀ, ਨਹਿ ਮਿਲੀਏ ਹਰ ਦੁਆਰਾ। ਕਹਿੰਦੇ ਇੰਨੀ ਭੇਟਾ ਦਾਨ ਕਰਨ ਨਾਲ ਵੀ ਪਰਮੇਸ਼ਰ ਦੀ ਦਰਸ਼ਨ ਤਾਂ ਪ੍ਰਾਪਤ ਤਾਂ ਦੂਰ ਦੀ ਗੱਲ, ਦਰਵਾਜ਼ਾ ਵੀ ਨਹੀਂ ਦਿਸਦਾ ਗੱਡ ਕੇ ਆਖੋ ਸਤਿਨਾਮ। ਨਹਿ ਮਿਲੀਏ ਹਰ ਦੁਆਰਾ, ਹਰੀ ਦਾ ਦਰਵਾਜ਼ਾ ਵੀ, ਦਰਵਾਜ਼ੇ ਤੱਕ ਵੀ ਨਹੀਂ ਬੰਦਾ ਪਹੁੰਚਦਾ। ਤੇ ਅੱਗੇ ਪਾਤਸ਼ਾਹ ਬਚਨ ਕਰਦੇ ਨੇ ਪੂਜਾ ਅਰਚਾ ਬੰਧਨ ਡੰਡੋ। ਅਨੇਕਾਂ ਢੰਗ ਦੇ ਨਾਲ ਪੂਜਾ ਅਰਚਾ ਬੰਧਨ ਡੰਡੋ, ਅਨੇਕਾਂ ਤਰ੍ਹਾਂ ਦੇ ਪ੍ਰਸਾਦ। ਪੂਜਾ ਅਰਚਾ ਬੰਧਨ ਡੰਡੌਤ, ਖੱਟ ਕਰਮਾ ਰਤ ਰਹਿਤਾ, ਛੇ ਕਰਮ ਕਮਾਉਣੇ। ਹੋਂ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਏ ਇਹ ਜੁਗਤਾ। ਹੋਂ ਹਉਮੈ ਦੇ ਵਿੱਚ ਮੈਂ ਤੇ ਬੜੇ ਕਰਮ ਕੀਤੇ ਨੇ, ਬੰਧਨਾਂ ਵਿੱਚ ਬੰਨਿਆ ਹੋਇਆ ਜੀ। ਨਹਿ ਮਿਲੀਏ ਇਹ ਜੁਗਤਾ, ਇਸ ਜੁਗਤੀ ਨਾਲ ਵੀ ਪ੍ਰਭੂ ਪ੍ਰਾਪਤ ਨਹੀਂ ਹੁੰਦਾ ਹੈ। ਫਿਰ ਸਾਧ ਸੰਗਤ ਜੀ
ਅੱਗੇ ਦੁਨੀਆ ਤੇ ਜਦੋਂ ਤੱਕਿਆ, ਰਾਜੇ ਮਹਾਰਾਜੇ ਦੇਖੇ ਤੇ ਸੰਸਾਰੀ ਜੀਵ ਜਿਹੜੇ ਮਾਇਆਧਾਰੀ ਦੇਖੇ, ਤੇ ਪਾਤਸ਼ਾਹ ਨੇ ਬਚਨ ਲਿਖ ਦਿੱਤਾ, ਕਹਿੰਦੇ ਰਾਜ ਲੀਲਾ ਰਾਚਨ ਕੀ ਰਚਨਾ। ਜਿਵੇਂ ਸਤਿਗੁਰੂ ਦਾਸ ਜੀ ਮਹਾਰਾਜ ਬਚਨ ਕਰਦੇ ਨੇ, ਰਾਜੇ ਇੰਦਰ ਸਮਸਰ ਗ੍ਰਹਿ ਆਸਣ, ਰਾਜੇ ਇੰਦਰ ਵਰਗੇ ਸੋਹਣੇ ਰਹਿਣ ਵਾਲੇ ਲਈ ਅਸੀਂ ਰਹਿਣ ਬਸੇਰੇ, ਮਹਿਲ ਖੜੇ ਕਰ ਲੈਣੇ ਬੜੇ ਬੜੇ। ਤੇ ਪਾਤਸ਼ਾਹ ਕਹਿੰਦੇ ਨੇ ਬਿਨ ਹਰ ਭਗਤ ਕਹੋਂ ਕੇ ਲੇਖੇ, ਬਿਨਾਂ ਪਰਮੇਸ਼ਰ ਦੀ ਬੰਦਗੀ ਤੋਂ ਕਿਸੇ ਲੇਖੇ ਵਿੱਚ ਨਹੀਂ ਹਨ। ਤੇ ਇੱਥੇ ਪਾਤਸ਼ਾਹ ਕਹਿੰਦੇ ਨੇ ਰਾਜ ਲੀਲਾ ਰਾਜਨ ਕੀ ਰਚਨਾ, ਰਾਜ ਲੀਲਾ ਰਾਜਨ ਕੀ ਰਚਨਾ। ਰਾਜਿਆਂ ਵਾਲਾ ਵਰਗਾ ਰਹਿਣ ਸਹਿਣ, ਸੁੰਦਰ ਮਹਿਲ ਬਣਾ ਲਿਆ, ਸਿੰਘਾਸਣ ਵਧੀਆ ਵਧੀਆ ਆਸਣ ਬਣਾ ਲਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਉਹ ਹੁਕਮ ਜਿਹੜਾ ਨਾ ਮੰਨਣਯੋਗ, ਭਾਵ ਆਪਣੀ ਚੌਧਰ ਦੇ ਅੰਦਰ, ਆਪਣੀ ਆਪਣਾਤਨ ਦੇ ਅੰਦਰ, ਹਉਮੈ ਦੇ ਅੰਦਰ ਇਹੋ ਜਿਹੇ ਹੁਕਮ ਕੀਤੇ ਜਿਹਦੇ ਨਾਲ ਪਬਲਿਕ ਨੂੰ ਦੁੱਖ ਹੋਣਾ ਸ਼ੁਰੂ ਹੋ ਗਿਆ। ਸੁੱਖ ਲਈ ਰਾਜਾ ਤੇ ਹੁੰਦਾ ਸੁੱਖ ਲਈ, ਪਰ ਪ੍ਰਜਾ ਦੁਖੀ ਹੋ ਗਈ। ਕਰਿਆ ਹੁਕਮ ਅਫਾਰਾ। ਤੇ ਅੱਗੇ ਸਹਿਬ ਬਚਨ ਕਰਦੇ ਨੇ, ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਚੰਦਨ ਚੂਆ ਸੇਜ ਸੋਹਣੀ, ਚੰਦਨ ਚੂਆ ਨਰਕ ਘੂਰ ਕਾ ਦੁਆਰਾ। ਸੋਹਣੇ ਸੋਹਣੇ ਬੈੱਡ ਚੰਦਨ ਦੀ ਲੱਕੜੀ ਦੀ ਬਣਾਈ, ਸੇਜ ਸੋਹਣੀ ਚੰਦਨ ਚੂਆ, ਚੰਦਨ ਦੀ ਲੱਕੜੀ ਦੇ ਆਪਣੇ ਸਿੰਘਾਸਣ ਬਣਾਏ, ਤਰ੍ਹਾਂ ਤਰ੍ਹਾਂ ਦੇ ਅਤਰ ਤਿਆਰ ਕੀਤੇ ਜਿਨ੍ਹਾਂ ਦੀ ਵਰਤੋਂ ਕਰਦੇ ਨੇ ਸੰਸਾਰੀ ਜੀਵ। ਸੇਜ ਸੋਹਣੀ ਚੰਦਨ ਚੂਆ ਨਰਕ ਘੂਰ ਕਾ ਦੁਆਰਾ। ਤੇ ਅੱਜ ਦੇਖਦੇ ਹਾਂ ਸੁਖੀ ਕਿੰਨੇ ਕਿਹਾ, ਆਪਾਂ ਸਾਹਮਣੇ ਆ। ਪਤਾ ਹੀ ਉਦੋਂ ਲੱਗਦਾ ਜਦੋਂ ਸਾਧ ਸੰਗਤ ਦੀ ਖੁਦਕਸ਼ੀਆਂ ਹੁੰਦੀਆਂ ਨੇ, ਪਰਿਵਾਰਾਂ ਦੇ ਪਰਿਵਾਰ ਦਵਾਈਆਂ ਖਾ ਲੈਂਦੇ ਨੇ। ਤੇ ਇਸ ਲਈ ਪਾਤਸ਼ਾਹ ਕਹਿੰਦੇ ਨੇ ਰਾਜ ਲੀਲਾ ਰਾਜਨ ਕੀ ਰਚਨਾ, ਰਾਜਿਆਂ ਵਰਗਾ ਰਹਿਣ ਸਹਿਣ ਤੇ ਬਣਾਇਆ ਹੀ, ਪਰ ਅੰਦਰੋਂ ਮੱਤ ਕਿੱਥੋਂ ਲੈਣੀ ਹੈ, ਗਿਆਨ ਕਿੱਥੋਂ ਲੈਣਾ ਹੈ, ਜੀਵਨ ਦੀ ਜੁਗਤੀ ਕਿੱਥੋਂ ਲੈਣੀ ਹੈ। ਜੁਗਤੀ ਆਈ ਨੇ ਇਸ ਲਈ ਜ਼ਿੰਦਗੀ ਤਬਾਹ ਕਰ ਲਈ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਸੇਜ ਸੋਹਣੀ ਚੰਦਨ ਚੂਆ ਨਰਕ ਘੂਰ ਕਾ ਦੁਆਰਾ। ਜਿਹੜਾ ਪਰਮੇਸ਼ਰ ਨੇ ਮਨੁੱਖਾ ਜੀਵਨ ਬੰਦਗੀ ਲਈ ਦਿੱਤਾ ਸੀ, ਉਹ ਵਿਕਾਰਾਂ ਵਿੱਚ, ਹਉਮੈ ਵਿੱਚ, ਬੇਈਮਾਨੀਆਂ ਵਿੱਚ, ਝੂਠੀ ਮਾਇਆ ਲਈ ਲਾ ਕੇ ਜੋ ਖੱਟਿਆ ਉਹ ਵੀ ਹੰਡਾਉਣਾ ਨਹੀਂ ਮਿਲਿਆ। ਤੇ ਪਾਤਸ਼ਾਹ ਕਹਿੰਦੇ ਨੇ ਫਿਰ ਨਰਕ ਘੋਰ ਕਾ ਦੁਆਰਾ, ਨਰਕਾਂ ਦੇ ਵਿੱਚ ਵਾਸ ਕੀਤਾ ਹੈ। ਭਾਵ ਮਨੁੱਖਾ ਜੀਵਨ ਨੂੰ ਸਮਝਿਆ ਨਹੀਂ। ਇਹ ਜਿਹੜਾ ਮਨੁੱਖਾ ਜਨਮ ਦੁਰਲੱਭ ਹੈ, ਇਹ ਤੇ ਪਰਮੇਸ਼ਰ ਦੀ ਚਰਨਾਂ ਦੀ ਰਹਿਮਤ ਪ੍ਰਾਪਤ ਕਰਨ ਲਈ ਹੈ। ਇਸ ਲਈ ਪਾਤਸ਼ਾਹ ਬਚਨ ਕਰਦੇ ਨੇ ਕਿ ਹੁਣ ਕੀਤਾ ਕੀ ਜਾਵੇ। ਤੇ ਸਾਹਿਬ ਨੇ ਫਿਰ ਸਾਧ ਸੰਗਤ ਦੀ ਨਿਰਣਾ ਦਿੱਤਾ, ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮਾ। ਹਰ ਕੀਰਤ ਸਾਧੂ ਸੰਗਤ ਹੈ, ਸਿਰ ਕਰ ਮਨ ਕੈ ਕਰਮਾ। ਕਹਿੰਦੇ ਸਿਰੇ ਦਾ ਕਰਮ ਜਿਹੜਾ ਸ਼੍ਰੋਮਣੀ ਸਫਲ ਸ਼ੁਭ ਕਰਮ ਜਿਹੜਾ ਏ, ਉਹ ਪਰਮੇਸ਼ਰ ਹਰੀ ਦੀ ਕੀਰਤੀ ਆ, ਹਰੀ ਦਾ ਜਸ ਆ, ਪਰਮੇਸ਼ਰ ਦਾ ਸਿਮਰਨ ਆ, ਪਰਮੇਸ਼ਰ ਦੀ ਮਹਿਮਾ ਆ। ਹਰ ਕੀਰਤ ਸਾਧ ਸੰਗਤ ਹੈ, ਸੱਚੀ ਸੁੱਚੀ ਸੰਗਤ, ਸਤਿਗੁਰ ਦੀ ਸੰਗਤ ਵਿੱਚੋਂ ਇਹ ਦਾਤ ਪ੍ਰਾਪਤ ਹੁੰਦੀ ਆ। ਇਹ ਰਹਿਮਤ, ਇਹ ਸਤਿਗੁਰ ਦਾ ਆਸ਼ੀਰਵਾਦ, ਸਤਿਗੁਰ ਦੀ ਸੰਗਤ ਕੀਤਿਆਂ ਪ੍ਰਾਪਤ ਹੁੰਦਾ ਹੈ। ਹਰ ਕੀਰਤ ਹਰੀ ਦੀ ਮਹਿਮਾ, ਹਰੀ ਦਾ ਜਸ, ਸਾਧ ਸੰਗਤ ਹੈ, ਸਤਿਗੁਰ ਦੀ ਸੰਗਤ ਹੈ। ਸਿਰ ਕਰਮਨ ਕੀ ਕਰਮ, ਸਿਰੇ ਦਾ ਕਰਮ, ਜਿਹਦੇ ਭਾਵ ਉੱਪਰ ਕੋਈ ਕਰਮ ਹੀ ਹੈ ਨਹੀਂ, ਸ਼ੁਭ ਕਰਮਨ। ਸਿਰ ਕਰਮਨ ਕੇ ਕਰਮਾ। ਤੇ ਅੱਗੇ ਪਾਤਸ਼ਾਹ ਕਹਿੰਦੇ ਨੇ ਇਹ ਪ੍ਰਾਪਤ ਕਿਹਨਾਂ ਨੂੰ ਹੁੰਦਾ ਹੈ? ਕਉ ਨਾਨਕ ਤਿਸ ਭਇਓ ਪ੍ਰਾਪਤ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਰਦੇ ਨੇ, ਸਤ ਸੰਗਤ, ਹਰੀ ਦਾ ਜਸ, ਹਰੀ ਦਾ ਸਿਮਰਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਜਿਸ ਪੁਰਬ ਲਿਖੇ ਕਾ ਲਹਿਣਾ, ਜਿਨ੍ਹਾਂ ਨੇ ਜਦੋਂ ਜਨਮ ਤੋਂ ਲੈ ਕੇ ਸੁਰਤ ਸੰਭਾਲੀਏ, ਪਰਮੇਸ਼ਰ ਤੇਰੀ ਯਾਦ ਦੇ ਅੰਦਰ ਕਦਮ ਕਦਮ ਚੱਲੇ ਨੇ, ਉਪਰਾਲੇ ਕੀਤੇ ਨੇ ਜ਼ਿੰਦਗੀ ਦੇ ਅੰਦਰ, ਕਿਰਤ ਕਰਦੇ ਹੋਏ ਕਰਤੇ ਨਾਲ ਜੁੜ ਕੇ। ਗੁਰਦੀਪ ਮਾਤਾ ਗੁਰਦੀਪ ਪਿਤਾ, ਗੁਰਦੀਪ ਸੁਆਮੀ ਪਰਮੇਸ਼ਰ।
ਪਹਿਲਾਂ ਆਪਣੇ ਮਾਤਾ ਪਿਤਾ ਦੇ ਕਹਿਣੇ ਵਿੱਚ ਮਾਤਾ ਪਿਤਾ ਦੀ ਆਸ਼ੀਰਵਾਦ ਅੰਦਰ ਸ਼ੁਭ ਗੁਣ ਗ੍ਰਹਿਣ ਕੀਤੇ ਨੇ, ਫਿਰ ਵਿਦਿਆ ਗੁਰੂ ਕੋਲੋਂ ਵਿਦਿਆ ਹਾਸਲ, ਫਿਰ ਕਿਰਤ ਗੁਰੂ ਕੋਲੋਂ, ਤੇ ਪਾਤਸ਼ਾਹ ਅਧਿਆਤਮਕ ਗੁਰੂ ਤੁਸੀਂ ਮਿਹਰ ਕਰਕੇ ਰਹਿਮਤ ਕਰ ਦਿੱਤੀ ਹੈ। ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ, ਜਿਹਦੇ ਪੂਰਵਲੇ ਕਰਮ ਸ਼ੁਭ ਕਰਮ ਸਫਲ ਫਲੇ ਨੇ, ਉਹਨਾਂ ਨੂੰ ਪਾਤਸ਼ਾਹ ਕਹਿੰਦੇ ਨੇ ਫਿਰ ਉਹਨਾਂ ਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੀ, ਜਿਨ੍ਹਾਂ ਨੇ ਸ਼ੁਭ ਕਰਮ ਕੀਤੇ ਨੇ ਉਹਨਾਂ ਨੇ ਸਤਿਗੁਰੂ ਦੀ ਸੰਗਤ ਅੰਦਰ ਸਤਿਗੁਰੂ ਦੇ ਚਰਨਾਂ ਵਿੱਚ ਸ਼ਬਦ ਦੀ ਦਾਤ ਸਿਮਰਨ ਦੀ ਦਾਤ ਪ੍ਰਾਪਤ ਹੋਈ। ਇਸ ਲਈ ਪਾਤਸ਼ਾਹ ਕਹਿੰਦੇ ਤੇਰੋ ਸੇਵਕ ਇਹ ਰੰਗ ਮਾਤਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹੇ ਪਰਮ ਪਿਤਾ ਪਰਮੇਸ਼ਰ ਪਰਮਾਤਮਾ, ਤੇਰਾ ਜਿਹੜਾ ਸੇਵਕ ਆ, ਇਹ ਜਿਹੜਾ ਤੇਰਾ ਦਾਸ ਆ ਨਾ, ਗੋਲਾ ਆ ਤੇਰਾ, ਇਹ ਤੇਰੇ ਸਿਮਰਨ ਵਿੱਚ ਰੰਗਿਆ ਗਿਆ ਹੈ, ਮਸਤ ਹੋ ਗਿਆ ਹੈ, ਤੇਰੀ ਪ੍ਰੀਤ ਦੇ ਅੰਦਰ ਪ੍ਰੇਮਾ ਭਗਤੀ ਦੇ ਅੰਦਰ ਮਸਤ ਹੋ ਗਿਆ ਹੈ, ਰੰਗਿਆ ਗਿਆ ਹੈ। ਤੇਰੋ ਸੇਵਕ ਇਹ ਰੰਗ ਮਾਤਾ, ਇਸ ਪ੍ਰੀਤ ਦੇ ਅੰਦਰ ਰੰਗਿਆ ਗਿਆ ਹੈ, ਮਸਤ ਮਤਵਾਲਾ ਹੋ ਗਿਆ ਹੈ। ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ। ਭਇਓ ਕਿਰਪਾਲ ਦੀਨ ਦੁਖ ਭੰਜਨ, ਨਿਮਾਣਿਆਂ ਦੀ, ਗਰੀਬਾਂ ਦੀ, ਨਿਤਾਣਿਆਂ ਦੀ, ਦੁੱਖਾਂ ਨੂੰ ਨਿਵਾਰਨ ਵਾਲਾ, ਕਸ਼ਟਾਂ ਨੂੰ ਖਤਮ ਕਰਨ ਵਾਲਾ ਪਰਮ ਪਿਤਾ ਪਰਮੇਸ਼ਰ ਭਇਓ ਕਿਰਪਾਲ, ਕਹਿੰਦੇ ਮੇਰੇ ਤੇ ਦਿਆਲੂ ਹੋ ਗਿਆ ਹੈ, ਮਿਹਰਬਾਨ ਹੋ ਗਿਆ ਹੈ। ਭਇਓ ਕਿਰਪਾਲ ਦੀਨ ਦੁਖ ਭੰਜਨ, ਕਿਰਪਾਲੂ ਹੋ ਗਿਆ ਇਹ ਪਰ ਪਿਤਾ ਪਰਮੇਸ਼ਰ ਪਰਮਾਤਮਾ ਕਿਹੜਾ, ਦੀਨ ਦੁਖ ਭੰਜਨ, ਦੀਨਾਂ ਦੀ, ਗਰੀਬਾਂ ਦੀ, ਨਿਮਾਣਿਆਂ ਦੇ ਸੰਕਟ ਨਿਵਾਰਨ ਵਾਲਾ, ਦੁੱਖ ਹਰਨ ਵਾਲਾ। ਭਇਓ ਕਿਰਪਾਲ ਦੀਨ ਦੁਖ ਭੰਜਨ ਬਹੁੜ ਨਾ ਸੰਕਟ ਦੁਆਰਾ। ਹੁਣ ਕਹਿੰਦੇ ਮੁੜ ਕੇ ਇਹ ਜਨਮ ਮਰਨ ਦਾ ਚੱਕਰ ਨਹੀਂ ਪੈਣਾ। ਭਇਓ ਕਿਰਪਾਲ ਦੀਨ ਦੁਖ ਭੰਜਨ ਬਹੁੜ ਨਾ ਸੰਕਟ ਦੁਆਰਾ। ਮੁੜ ਕੇ ਫਿਰ ਸੰਕਟ ਨਹੀਂ, ਜਦੋਂ ਪਰਮੇਸ਼ਰ ਦਿਆਲ ਹੋ ਦਿੰਦਾ ਹੈ। ਇਸ ਲਈ ਸਾਧ ਸੰਗਤ ਜੀ, ਕਬੀਰ ਏਕ ਕੜੀ ਆਦਿ ਕੜੇ ਆਦਿ ਹੂੰ ਤੇ ਆਦ, ਭਗਤਨ ਸੇ ਤੇ ਗੋਸ਼ਟੇ ਜੋ ਕਿਨੇ ਸੋ ਲਾਭ। ਇਸੇ ਲਈ ਪਾਤਸ਼ਾਹ ਕਹਿੰਦੇ ਕਬੀਰ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੁਦਾ ਤਾ ਮੁਕਤ ਕੋ ਸੰਤ ਜਪਾਵੈ ਨਾਮ। ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜਗਤ ਜਲੰਧਰ ਤਾਰ ਦੇ ਪੰਜਾਬ ਦੀ ਧਰਤੀ, ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਤਨ ਸ਼੍ਰੀ ਚਰਨ ਚੁੰਗਾ ਅੰਮ੍ਰਿਤ ਕੁੰਡ ਸੱਚਖੰਡ ਸ਼੍ਰੀ ਖੁਰਾਲਗੜ੍ਹ ਸਾਹਿਬ, ਜਿੱਥੇ ਸਤਿਗੁਰ ਦੀ ਸੰਗਤ ਦੇ ਅੰਦਰ ਸਾਧ ਸੰਗਤ ਦੇ ਬਾਬਾ ਦੀਵਿਆ ਜੀ, ਬਾਬਾ ਧੰਨਾ ਜੀ ਵੀ ਮੰਗਲਾਂ ਦੀ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੇ, ਬਾਬਾ ਦੀਵਿਆ ਜੀ, ਬਾਬਾ ਧੰਨਾ ਜੀ ਪਾਣੀ ਦੀ ਸੇਵਾ ਕਰਦੇ ਨੇ। ਤੇ ਸਾਧ ਸੰਗਤ ਦੀ ਅੱਜ ਸਤਿਗੁਰ ਦੀ ਮਿਹਰ ਹੋਈ ਹੈ, ਇਤਿਹਾਸ ਆਪਾਂ ਜਾਣੂਗਾ ਸਾਧ ਸੰਗਤ ਜੀ, ਜਿੱਥੇ ਧੰਨ ਸਤਿਗੁਰੂ ਦਾਸ ਮਹਾਰਾਜ ਆਪਣੇ ਚਰਨਾਂ ਤੋਂ ਅੰਮ੍ਰਿਤ ਧਾਰਾ ਗੰਗਾ ਪ੍ਰਗਟ ਕਰਦੇ। ਅੱਜ 505 ਸਾਲ ਬੀਤਣ ਦੇ ਅੱਜ ਵੀ ਨਿਰੰਤਰ ਅੰਮ੍ਰਿਤ ਧਾਰਾ ਗੰਗਾ ਬਹਿ ਰਹੀ ਹੈ। ਤੇ ਸਾਸੀ ਮਾਤ ਗੰਗਾ ਜਿਹੜੀ ਗੁਰੂ ਕੇ ਚਰਨਾਂ ਵਿੱਚ ਲੰਗਰਾਂ ਦੀ ਸੇਵਾ ਕਰਦੀ ਹੈ ਨਾ, ਇੱਕ ਦਿਨ ਗੰਗਾ ਦੇ ਕਿਨਾਰੇ ਬੈਠੀ ਹੈ, ਸ਼ਾਮ ਨੂੰ ਪੂਰਨਮਾਸ਼ੀ ਦਾ ਦਿਨ ਹੈ। ਸਾਧ ਸੰਗਤ ਜੀ ਐਸਾ ਲਿਵ ਲੱਗੀ ਏ, ਰਾਤ ਪੈ ਗਈ। ਬਾਦਸ਼ਾਹ ਬੈਨ ਸਿੰਘ ਜਿਹੜਾ ਸਤਿਗੁਰ ਦੇ ਚਰਨਾਂ ਦਾ ਸੇਵਕ ਬਣ ਗਿਆ ਏ, ਸਾਰਾ ਜੀਵਨ ਸੇਵਾ ਲਈ ਸਮਰਪਿਤ ਕਰ ਦਿੱਤਾ ਏ, ਤੇ ਸਾਸੀ ਉਹ ਵੀ ਸੈਰ ਕਰਦਾ ਕਰਦਾ ਨਜ਼ਦੀਕ ਆ ਕੇ ਬਹਿ ਗਿਆ ਏ। ਤੇ ਸਾਧ ਸੰਗਤ ਜੀ ਪਹਾੜੀ ਏਰੀਆ, ਜਿਵੇਂ ਅੱਜ ਅੰਬਾਂ ਦਾ ਮੌਸਮ ਹੈ ਨਾ, ਤੇ ਸਾਧ ਸੰਗਤ ਜੀ ਮਾਤਾ ਗੁਣ ਗਨਾਉਂਦੀ ਏ, ਸੇਵਾ ਕਰਦੀ ਏ, ਬਸਤਰ ਧੋਂਦੀ ਏ, ਰੱਬੀ ਬਾਣੀ ਜਪਦੀ ਏ, ਹਿਰਦੈ ਨਾਮ ਸੰਭਾਲ ਸਵੇਰਾ, ਹਿਰਦੈ ਨਾਮ ਸੰਭਾਲ ਸਵੇਰਾ। ਤੇ ਸਾਧ ਸੰਗਤ ਬਾਦਸ਼ਾਹ ਨੂੰ ਵੀ ਮਨ ਕਰਿਆ ਕਿ ਮਾਤਾ ਗੁਰੂ ਕੇ ਚਰਨਾਂ ਵਿੱਚ ਬੜੀ ਸੇਵਾ ਨਿਭਾਉਂਦੀ ਹੈ, ਮਾਤਾ ਦੀ ਸਿਫਤ ਕੀਤੀ ਜਾਏ। ਤੇ ਸਾਧ ਸੰਗਤ ਜੀ ਜਦੋਂ ਮਾਤਾ ਪਤਾ ਹੀ ਨਜ਼ਦੀਕ ਬਾਦਸ਼ਾਹ ਬੈਠਾ ਹੈ, ਜੋ ਗੁਰੂ ਚਰਨਾਂ ਦਾ ਸੇਵਕ ਹੋ ਗਿਆ ਹੈ, ਜੀਵਨ ਲੇਖੇ ਵਿੱਚ ਲਾ ਰਿਹਾ ਹੈ, ਤੇ ਮਾਤਾ ਥੋੜ੍ਹਾ ਸ਼ਾਂਤ ਹੋਈ ਨਾ, ਤੇ ਬਾਦਸ਼ਾਹ ਨੇ, ਇਤਿਹਾਸ ਕਹਿੰਦਾ ਹੈ ਕਿ ਇੱਦਾਂ ਗੰਗਾ ਵਿੱਚੋਂ ਜਲ ਭਰਿਆ। ਤੇ ਸਾਧ ਸੰਗਤ ਜੀ ਮਾਤਾ ਨੂੰ ਸੁਣਾ ਕੇ ਪਤਾ ਕੀ ਕਹਿੰਦਾ ਹੈ, ਆਖਦਾ ਹੈ ਅੰਬ ਜੈਸਾ ਫਲ ਨੀ, ਗੰਗਾ ਜੈਸਾ ਜਲ ਨੀ,
ਚੰਦਰਮਾ ਜੈਸੀ ਜੋਤ ਨਹੀਂ, ਤੇ ਇਸਤਰੀ ਵਰਗੀ ਸਰੂਤ ਨਹੀਂ। ਕਹਿੰਦਾ ਅੰਬ ਵਰਗਾ ਫਲ ਨਹੀਂ, ਇੱਕ ਵਾਰੀ ਉਹਦਾ ਰਸ ਲਓ ਦੁਬਾਰਾ ਦੁਬਾਰਾ ਰਸ ਲੈਣ ਨੂੰ ਜੀ ਕਰਦਾ ਏ, ਮਨ ਰੱਜਦਾ ਨਹੀਂ। ਗੰਗਾ ਦਾ ਜਲ ਕਦੇ ਖਰਾਬ ਨਹੀਂ ਹੁੰਦਾ, ਤੇ ਚੰਦਰਮਾ ਦੀ ਜੋਤ ਜਿਹੜੀ ਸੀਤਲਤਾ ਦਿੰਦੀ ਏ, ਸ਼ਾਂਤੀ ਦਿੰਦੀ ਏ। ਇਸਤਰੀ ਵਰਗੀ ਸਰੋਤ ਨਹੀਂ, ਕਹਿੰਦੇ ਧੰਨ ਆ ਮਾਤਾ, ਤੂੰ ਸਤਿਗੁਰ ਦੇ ਚਰਨਾਂ ਵਿੱਚ 24 ਘੰਟੇ ਸੇਵਾ ਸਿਮਰਨ ਦੇ ਅੰਦਰ ਸਤਿਗੁਰ ਦਾ ਆਸ਼ੀਰਵਾਦ ਲੈਂਦੀ ਹੈ। ਤੇ ਇਤਿਹਾਸ ਕਹਿੰਦਾ ਮਾਤਾ ਨੇ ਜਿੱਦਾਂ ਸ਼ਾਂਤੀ ਦੇ ਨਾਲ, ਜਿਹਨੂੰ ਕਹਿੰਦੇ ਗੁਣਵੰਤੀ ਸੁਹਾਗਣ, ਸੁਹਾਗਣ ਕਾਕਿਆ ਚਿਹਨੇ ਅੰਦਰ ਸੱਚ ਮੁਖ ਉਜਲਾ, ਖਸਮੇ ਮਾਹੇ ਸਮਾਏ। ਉਹ ਸਤਿਗੁਰ ਦੇ ਪ੍ਰੇਮ ਵਿੱਚ ਰੰਗੀ ਹੋਈ ਰੂਹ, ਜਿਹਨੂੰ ਕਹਿੰਦੇ ਨੇ ਸੇ ਅੱਖੜੀਆਂ ਬਿਆਨ ਜਿਹਨੇ ਡਸੰਦੋ ਮਾਂ ਪਰੀ। ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਰੱਬ ਦਿਸਦਾ ਏ, ਉਹ ਅੱਖਾਂ ਉਹ ਮਾਤਾ ਨੇ ਡਿੱਠੀਆਂ ਨੇ, ਜਿਹਨਾਂ ਨਾਲ ਸਤਿਗੁਰਾਂ ਦੀ ਚਰਨਾਂ ਦੀ ਸੇਵਾ ਕਰਦੀ ਏ ਤੇ ਕਣ ਕਣ ਵਿੱਚ ਸਤਿਗੁਰਾਂ ਦੀ ਦੀਦਾਰ ਕਰਦੀ ਏ। ਜਦੋਂ ਅੱਖ ਭਰ ਕੇ ਨਾ ਬਾਦਸ਼ਾਹ ਵੱਲ ਨੂੰ ਦੇਖਿਆ ਤੇ ਸਾਧ ਸੰਗਤ ਜੀ ਬਾਦਸ਼ਾਹ ਦੀ ਨੀਵੀਂ ਪੈ ਗਈ। ਤੇ ਮਾਤਾ ਨੇ ਇਸ਼ਾਰੇ ਨਾਲ ਆਖਿਆ, ਕਹਿੰਦੀ ਬਾਦਸ਼ਾਹ ਬੈਨ ਸਿੰਘ, ਮੈਂ ਤਾਂ ਕਿਹਾ ਤੂੰ ਗੁਰੂ ਕੀ ਸੰਗਤ ਕਰਦਾ ਏ, ਕੁਝ ਸਮਝ ਪ੍ਰਾਪਤ ਹੋ ਗਈ ਹੋਵੇਗੀ, ਪਰ ਤੂੰ ਤੇ ਮੂਰਖ ਹੈ। ਜਦੋਂ ਕਿਹਾ ਨਾ ਤੂੰ ਮੂਰਖ ਹੈ, ਤੇ ਬਾਦਸ਼ਾਹ ਬੈਨ ਸਿੰਘ ਕਹਿੰਦਾ ਮਾਤਾ ਮੈਂ ਤੇ ਤੁਹਾਡੀ ਸਿਫਤ ਕੀਤੀ ਹੈ, ਤੁਸੀਂ ਮੈਨੂੰ ਮੂਰਖ ਕਹਿੰਦੇ ਹੋ। ਤੇ ਮਾਤਾ ਦੂਜੀ ਵੀ ਕਹਿ ਦਿੱਤਾ, ਕਹਿੰਦੇ ਤੂੰ ਤਾਂ ਮਹਾ ਮੂਰਖ ਹੈ। ਤੇ ਸਾਸੀ ਸਤਿਗੁਰ ਦੀ ਸੰਗਤ ਕੀਤੀ ਸੀ, ਬਾਦਸ਼ਾਹ ਦੇ ਹੱਥ ਜੁੜ ਗਏ। ਕਹਿੰਦਾ ਮਾਤਾ ਫਿਰ ਮੈਂ ਭੁੱਲਣ ਹਾਰਿਆ, ਭੁੱਲਿਆ ਹੀ ਹਾਂ, ਤੇ ਭੁੱਲੇ ਨੂੰ ਰਾਹ ਪਾਉਣ ਲਈ ਸਤਿਗੁਰ ਨੇ ਆਪਣੇ ਚਰਨਾਂ ਵਿੱਚ ਥਾਂ ਦਿੱਤੀ ਏ। ਨਹੀਂ ਮੈਂ ਤਾਂ ਬੀਤ ਦੇ ਇਲਾਕੇ ਦੇ ਅੰਦਰ ਕਿਸੇ ਸਾਧੂ ਨੂੰ ਦਾਖਲ ਨਹੀਂ ਸੀ ਹੋਣ ਦਿੰਦਾ। ਅੱਜ ਰੱਬ ਦਾ ਰੂਪ ਸਤਿਗੁਰੂ ਦਾਸ ਜੀ ਨੇ ਮਿਹਰ ਕੀਤੀ ਏ ਤੇ ਸੰਗਤ ਦੀ ਸੇਵਾ ਮਿਲੀ ਏ। ਤੇ ਅੱਜ ਮਾਤਾ ਤੂੰ ਕਿਰਪਾ ਕਰ, ਅੱਜ ਲੱਗਦਾ ਤੇਰੇ ਵਿੱਚ ਖੁਦਾ ਬੋਲਦਾ ਏ। ਤੇ ਮਾਤਾ ਕਹਿੰਦੀ ਫਿਰ ਸੁਣ ਧਿਆਨ ਨਾਲ, ਤੂੰ ਆਖਿਆ ਏ ਅੰਬ ਜੈਸਾ ਫਲ ਨਹੀਂ, ਗੰਗਾ ਜੈਸਾ ਜਲ ਨਹੀਂ, ਚੰਦਰਮਾ ਜੈਸੀ ਜੋਤ ਨਹੀਂ, ਇਸਤਰੀ ਵਰਗੀ ਸਰੂਤ ਨਹੀਂ। ਤੇ ਕਹਿੰਦੇ ਮਾਤਾ ਕਹਿੰਦੀ ਸੁਣ ਫੇ ਬਾਦਸ਼ਾਹ, ਕਹਿੰਦੇ ਪੁੱਤ ਜੈਸਾ ਫਲ ਨਹੀਂ, ਕਹਿੰਦੇ ਸੁਹਾਗਣ ਜਿੰਨੀ ਮਰਜ਼ੀ ਸੋਹਣੀ, ਜਿੰਨੀ ਮਰਜ਼ੀ ਜਾਇਦਾਦ ਹੋਵੇ, ਜੇ ਗੋਦੀ ਵਿੱਚ ਲਾਦ ਨਾ ਹੋਵੇ ਤੇ ਸਕੇ ਭੈਣ ਭਰਾ ਪਰਛਾਵੇਂ ਤੋਂ ਡਰਨ ਲੱਗ ਜਾਂਦੇ ਨੇ। ਇਸ ਲਈ ਬਾਦਸ਼ਾਹ ਪੁੱਤ ਜੈਸਾ ਫਲ ਨਹੀਂ, ਤੇ ਤੂੰ ਆਖਿਆ ਗੰਗਾ ਜੈਸਾ ਜਲ ਨਹੀਂ, ਗੰਗਾ ਦਾ ਜਲ ਤੇ ਜਿੱਥੋਂ ਤੱਕ ਜਾਵੇਗਾ ਉੱਥੋਂ ਹੀ ਬਨਸਪਤੀ ਫਲ ਦੇਵੇਗੀ, ਪਰ ਮੇਘ ਜੈਸਾ ਜਲ ਨਹੀਂ, ਮੀਂਹ ਦਾ ਜਲ ਉਹ ਸਬੰਤੀ ਬੂੰਦ ਜਿਹਨੂੰ ਪਪੀਹਾ ਵੀ ਲੱਭਦਾ ਫਿਰਦਾ ਏ, ਉਹ ਸਬੰਤੀ ਬੂੰਦ ਜਿਹੜੀ ਮੋਤੀ ਦਾ ਰੂਪ ਧਾਰਨ ਕਰਕੇ ਲੱਖਾਂ ਦੀ ਕੀਮਤ ਵਿੱਚ ਜੀਵਨ ਬਖਸ਼ ਜਾਂਦੀ ਏ। ਇਸ ਲਈ ਮੇਘ ਜੈਸਾ ਜਲ ਨਹੀਂ, ਜਿੱਥੇ ਕਿਤੇ ਬਨਸਪਤੀ ਦਾ ਬੂਟਾ ਨਹੀਂ ਖੜਨਾ, ਸਾਰੀ ਜਿਹਨੂੰ ਪਾਤਸ਼ਾਹ ਕਹਿੰਦੇ ਜੋ ਤੁਮ ਗਿਰਵਰ ਤੋ ਹਮ ਮੂਰਾ, ਜੇ ਪਰਮੇਸ਼ਰ ਸੋਹਣੇ ਦਰਖਤਾਂ ਦੇ ਹਰਿਆਵਲ ਦੇ ਨਾਲ ਪਹਾੜਾ ਛੱਡਿਆ ਏ ਤਾਂ ਮੈਂ ਤੇਰੀ ਸੁੰਦਰ ਹਰਿਆਵਲ ਨੂੰ ਦੇਖ ਕੇ ਤੈਨੂੰ ਤੱਕ ਕੇ ਨੱਚ ਉੱਠਦਾ, ਮੂਰ ਬਣ ਕੇ ਨੱਚ ਉੱਠਦਾ। ਤੇ ਪਾਤਸ਼ਾਹ ਕਹਿੰਦੇ ਨੇ ਮੇਘ ਜੈਸਾ ਜਲ ਨਹੀਂ, ਕਹਿੰਦੀ ਮੀਂਹ ਵਰਗਾ ਜਲ ਨਹੀਂ, ਜਿੱਥੇ ਕਿਤੇ ਹਰੀ ਭਰੀ ਸੜੀ ਸੁੱਕੀ ਧਰਤੀ ਹੈ ਉੱਥੇ ਵੀ ਧਰਤੀ ਹਰਿਆਵਲ ਨੂੰ ਧਾਰਨ ਕਰ ਜਾਂਦੀ ਹੈ, ਬਨਸਪਤੀ ਫਲ ਦੇਣ ਯੋਗ ਹੋ ਜਾਂਦੀ ਹੈ। ਇਸ ਲਈ ਮੇਘ ਜੈਸਾ ਜਲ ਨਹੀਂ, ਤੂੰ ਆਖਿਆ ਚੰਦਰਮਾ ਜੈਸੀ ਜੋਤ ਨਹੀਂ, ਧਿਆਨ ਨਾਲ ਸੁਣ, ਅੱਖਾਂ ਜੈਸੀ ਜੋਤ ਨਹੀਂ, ਆਪਣੀ ਜੋਤ ਨਾ ਹੋਵੇ ਤਾਂ ਚੰਦਰਮਾ ਦੀ ਜੋਤ ਕਿਹਨੇ ਦੇਖਣੀ ਆ ਬਾਦਸ਼ਾਹ। ਇਸ ਲਈ ਅੱਖਾਂ ਜੈਸੀ ਜੋਤ ਨਹੀਂ, ਤੇ ਤੂੰ ਆਖਿਆ ਇਸਤਰੀ ਜੈਸੀ ਸਰੋਤ ਨਹੀਂ, ਤੇ ਬਾਦਸ਼ਾਹ ਮਤ ਭੁਲੇਖੇ ਵਿੱਚ ਨਹੀਂ। ਨੈਣਾ ਜੈਸੀ ਜੋਤ ਨਹੀਂ, ਤੰਦਰੁਸਤੀ ਵਰਗੀ ਸਰੂਤ ਨਹੀਂ। ਨੈਣਾ ਦੀ ਜੋਤ ਹੋਵੇ ਤੇ ਤਾਂ ਚੰਦਰਮਾ ਦੀ ਰੋਸ਼ਨੀ ਦੇਖੀ ਜਾ ਸਕਦੀ ਏ। ਤੇ ਤੁਸੀਂ ਆਖਿਆ ਇਸਤਰੀ ਵਰਗੀ ਸਰੋਤ ਨਹੀਂ, ਤੇ ਮੈਂ ਕਹਿੰਦੀ ਹਾਂ ਤੰਦਰੁਸਤੀ ਵਰਗੀ ਸਰੋਤ ਨਹੀਂ। ਕਰੋੜਾਂ ਪਤੀ ਬੰਦਾ ਹੋਵੇ, ਹੀਰੇ ਜਵਾਹਰਤ ਦੁਨੀਆ ਦਾ ਬਾਦਸ਼ਾਹ ਹੋਵੇ, ਤੇ ਕੋਈ ਰੋਗ ਲੱਗ ਜਾਏ ਤੇ ਮਾਫ ਕਰਨਾ ਕੁੱਝ ਵੀ ਨਹੀਂ ਚੰਗਾ ਲੱਗਦਾ, ਗੱਡ ਕੀ ਆਖੂ ਸਤਨਾਮ ਸ੍ਰੀ ਵਾਹਿਗੁਰੂ। ਇਸ ਲਈ ਮਾਤਾ ਕਹਿੰਦੇ ਤੰਦਰੁਸਤੀ ਵਰਗੀ ਸਰੂਤ ਨਹੀਂ। ਤੇ ਸਾਧ ਸੰਗਤ ਜੀ, ਧੰਨ ਨੇ ਸੰਤ ਬਾਬਾ ਭਗਵਾਨ ਦਾਸ ਜੀ, ਡੇਰਾ ਸੱਚਖੰਡ, ਸੰਤ ਬਾਬਾ ਮੇਲਾ ਰਾਮ ਜੀ ਨਗਰ,
ਜਿਨ੍ਹਾਂ ਨੇ ਐਸੇ ਬਚਨਾਂ ਦੀ ਸਾਂਝ ਪਾਈ ਤੇ ਆਖਣਾ ਵੀ ਸਰਵਣ ਦਾਸਾ ਬਹਿ ਜਾ, ਆਪਾਂ ਕੋਈ ਵਿਚਾਰਾਂ ਕਰਦੇ ਹਾਂ, ਜ਼ਿੰਦਗੀ ਵਿੱਚ ਕਿਤੇ ਯਾਦ ਕਰੇਗਾ। ਉਸੇ ਨੂੰ ਪਾਤਸ਼ਾਹ ਕਹਿੰਦੇ ਸੰਤ ਦੀ ਸੰਗਤ ਸੰਤ ਕਾ, ਐਸੇ ਸਾਧੂਆਂ ਦੀ ਸੰਗਤ, ਸੰਤ ਬਾਬਾ ਟਹਿਲ ਦਾਸ ਮਹਾਰਾਜ, ਸੰਤ ਬਾਬਾ ਧਿਆਨ ਦਾਸ ਮਹਾਰਾਜ ਦੀ ਕਿਰਪਾ ਸਦਕਾ ਅੱਜ ਆਪ ਸੰਗਤਾਂ ਦੇ ਦਰਸ਼ਨ ਹੋ ਰਹੇ ਨੇ। ਤੇ ਸਾਧ ਸੰਗਤ ਜੀ, ਐਸੀ ਸਤਿਗੁਰ ਦੀ ਕਿਰਪਾ ਹੈ। ਤੇ ਧੰਨ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਰਦੇ ਨੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮਾ, ਕਉ ਨਾਨਕ ਤਿਸ ਭਇਉ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ, ਤੇਰੋ ਸੇਵਕ ਏ ਰੰਗ ਮਾਤਾ, ਭਇਉ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ। ਪਰਮੇਸ਼ਰ ਇਹ ਮਨ ਜਿਹੜਾ ਏ ਤੇਰੀ ਕੀਰਤਨ ਵਿੱਚ, ਤੇਰੇ ਜਸ ਅੰਦਰ, ਤੇਰੇ ਸਿਮਰਨ ਅੰਦਰ ਰੰਗਿਆ ਗਿਆ ਏ। ਇਸੇ ਲਈ ਪਾਤਸ਼ਾਹ ਕਹਿੰਦੇ ਨੇ, ਮੁਖੜਾ ਨਹੀਂ ਮੂੜਦੇ ਰੱਤੇ ਨੇ ਸਾਈਂ ਜਿਹੜੇ, ਮੁਖੜਾ ਨਹੀਂ ਮੂੜਦੇ ਰੱਤੇ ਨੇ ਸਾਈਂ ਜਿਹੜੇ, ਰੱਤੇ ਸਹੀ ਦੇ ਮੁਖ ਨਾ ਮੋੜਾਨਾ, ਜਿਨੀ ਸੰਜਾਤਾ ਸਾਈਂ, ਝੜ ਝੜ ਭੰਮਦੇ ਕੱਚੇ ਬਿਰਹੀ, ਜਿਨਾ ਕਾਰ ਨਾ ਆਏ, ਧਣੀ ਬਿਹੂਣਾ ਪਾਟ ਪਟੰਬਰ, ਭਾਈ ਸੇਤੀ ਜਾਲੇ, ਤੂੜੀ ਵਿੱਚ ਲੜੰਦੜੇ ਸੋਹਾ, ਤੂੜੀ ਵਿੱਚ ਲੜੰਦੜੇ ਸੋਹਾ, ਨਾਨਕ ਤੈਸੈ ਨਾਲੇ, ਮੁਖੜਾ ਨਹੀਂ ਮੂੜਦੇ ਰੱਤੇ ਨੇ ਸਾਈਂ ਜਿਹੜੇ, ਮੁਖੜਾ ਨਹੀਂ ਮੂੜਦੇ ਰੱਤੇ ਨੇ ਸਾਈਂ ਜਿਹੜੇ। ਸੁਣੀ ਦਾਤਿਆ ਮੇਰੀ ਕੂਕ ਪਪੀਹੇ ਵਾਲੀ, ਜਦੋਂ ਤੱਕ ਸੁਵੰਤੀ ਬੂੰਦ ਪ੍ਰਾਪਤ ਨਹੀਂ ਹੁੰਦੀ। ਤੇ ਸਾਧ ਸੰਗਤ ਐਸੇ ਜਿਹੜੇ ਰੱਬ ਦੇ ਪਿਆਰੇ ਨੇ, ਉਹ ਫਿਰ ਕਬੀਰ ਕੀਸੋ ਕੀਸੋ ਕੂਕੀਏ ਨਾ ਸੋਈਏ ਆਸਾਰ, ਅਗਿਆਨਤਾ ਦੀ ਨੀਂਦ ਕਦੇ ਵੀ ਨਹੀਂ, ਅਵੇਸਲੇ ਨਹੀਂ ਹੁੰਦੇ। ਰਾਤ ਦਿਵਸ ਕੀ ਕੂਕ ਨੇ ਕਬਹੂ ਕੇ ਸੁਣੇ ਪੁਕਾਰ, ਰਾਤ ਦਿਨੇ ਉਹਦੀ ਯਾਦ ਅੰਦਰ ਪੁਕਾਰਦੇ ਨੇ, ਕਹਿੰਦੇ ਕਦੇ ਤਾਂ ਸੁਣੇਗਾ। ਤੇ ਜਦੋਂ ਸੁਣਦਾ ਏ ਫਿਰ ਸਾਧ ਸੰਗਤ ਜੀ ਮਿਹਰਾਂ ਦਾ ਮੀਂਹ ਬਰਸਾ ਦਿੰਦਾ ਏ। ਤੇ ਸਤਿਗੁਰੂ ਕਿਰਪਾ ਕਰਨ। ਸਾਧ ਸੰਗਤ ਜੀ, ਅੱਜ ਜੋ ਕਰੋਨਾ ਮਹਾਂਮਾਰੀ ਫੈਲੀ ਆ, ਇਹਨੂੰ ਸ਼ਾਂਤੀ, ਸਾਰੇ ਸੰਸਾਰ ਤੇ ਅਰੋਗਤਾ, ਸਾਰੇ ਸੰਸਾਰ ਨੂੰ ਨਿਰੋਗਤਾ, ਇਹ ਸਾਰਾ ਸੰਸਾਰ ਖਿੜਿਆ ਹਰਿਆ ਬਾਗ, ਇਹ ਪਰਮੇਸ਼ਰ ਦੀ ਫੁਲਵਾੜੀ ਖਿੜੀ ਰਹੇ। ਸਤਿਗੁਰੂ ਆਪਣੀ ਮਿਹਰ ਬਰਸਾਉਣ, ਹੁਈਆਂ ਭੁੱਲਣ ਦੀ ਫਿਨਾ, ਆਓ ਰਲ ਮਿਲ ਕੇ ਕਰੀਏ ਅਰਦਾਸ। ਸਾਧ ਸੰਗਤ ਜੀ, ਦੁਖੀਆ ਦਰਦ ਬੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ, ਕਹਿ ਰਵਿਦਾਸ ਸਰਨ ਪ੍ਰਭ ਤੇਰੀ, ਜਿਉਂ ਜਾਨੋ ਤਿਉਂ ਕਰ ਗਤ ਮੇਰੀ। ਸੋ ਸਾਧ ਸੰਗਤ ਜੀ, ਹੁਈਆਂ ਭੁੱਲਣ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ